ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਅਗਲੇ ਆਜ਼ਾਦੀ ਦਿਹਾੜੇ ਤੱਕ ਨਸ਼ਾ ਮੁਕਤ ਹੋਵੇਗਾ ਪੰਜਾਬ। ਦੋਸਤੋ ਆਪਾਂ ਅਕਸਰ ਹੀ ਨਸ਼ਿਆਂ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਵੀ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਪਸਾਰ ਬਹੁਤ ਵੱਡੇ ਪੱਧਰ 'ਤੇ ਹੋ ਗਿਆ। ਸਾਡੀ ਨੌਜਵਾਨੀ ਜਿਹੜੀ ਹੈਗੀ ਹੈ ਨਸ਼ਿਆਂ ਦੀ ਦਲਦਲ ਦੀ ਚਪੇਟ 'ਚ ਆਉਂਦੀ ਜਾ ਰਹੀ ਹੈ। ਸਾਡੀਆਂ ਸਰਕਾਰਾਂ, ਸਾਡਾ ਪੁਲਿਸ ਪ੍ਰਸ਼ਾਸਨ ਨਸ਼ਿਆਂ 'ਤੇ ਨੱਥ ਪਾਉਣ 'ਚ ਨਾਕਾਮਯਾਬ ਰਹਿ ਰਿਹਾ, ਜਿਸ ਕਰਕੇ ਰੋਜ਼ਾਨਾ ਹੀ ਕੋਈ ਨਾ ਕੋਈ ਨੌਜਵਾਨ ਜਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਮਾਂ ਦਾ ਪੁੱਤ, ਕਿਸੇ ਨਾ ਕਿਸੇ ਭੈਣ ਦਾ ਭਰਾ ਜਿਹੜਾ ਹੈਗਾ ਨਸ਼ਿਆਂ ਦੀ ਓਵਰਡੋਜ਼ ਕਰਕੇ ਕਹਿ ਲਓ ਜਾਂ ਨਸ਼ਿਆਂ ਕਰਕੇ ਕਹਿ ਲਓ ਫੌਤ ਦਾ ਸ਼ਿਕਾਰ ਹੋ ਜਾਂਦਾ ਹੈ, ਉਸਦੀ ਮੌਤ ਹੋ ਜਾਂਦੀ ਹੈ। ਜਿਸ ਕਰਕੇ ਜਿੱਥੇ ਉਸ ਪਰਿਵਾਰ ਨੂੰ ਔਖੇ ਸਮੇਂ 'ਚੋਂ ਨਿਕਲਣਾ ਪੈਂਦਾ, ਔਖ ਦੀ ਘੜੀ ਦਾ ਸਾਹਮਣਾ ਕਰਨਾ ਪੈਂਦਾ, ਉੱਥੇ ਹੀ ਦੇਖੀਏ ਤਾਂ ਉਸ ਦਾ ਅਸਰ ਸਾਡੇ ਸਮਾਜ 'ਤੇ ਵੀ ਪੈਂਦਾ। ਪਰ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਪਸਾਰ ਵੱਡੇ ਪੱਧਰ 'ਤੇ ਹੋ ਰਿਹਾ ਅਤੇ ਸਾਡੀ ਕਈ ਸਰਕਾਰਾਂ ਆਈਆਂ ਅਤੇ ਚਲੀਆਂ ਗਈਆਂ ਪਰ ਨਸ਼ਿਆਂ 'ਤੇ ਕਾਬੂ ਨਹੀਂ ਪਾ ਸਕੀਆਂ। ਪਰ ਹੁਣ ਜਿਹੜੀ ਮੌਜੂਦਾ ਸਰਕਾਰ ਹੈ ਇਸ ਨੇ ਇੱਕ ਵਾਰ ਫਿਰ ਨਸ਼ਿਆਂ ਦੇ ਖਾਤਮੇ ਲਈ ਜਿਹੜਾ ਹੈਗਾ ਇੱਕ ਨਵੀਂ ਰਣਨੀਤੀ ਤਿਆਰ ਕੀਤੀ ਹੈ। ਇੰਨਾ ਹੀ ਨਹੀਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਦਿਨ ਆਜ਼ਾਦੀ ਦਿਹਾੜੇ 'ਤੇ ਜਿਹੜਾ ਪਟਿਆਲੇ ਦੇ ਵਿੱਚ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ ਸੀ, ਉੱਥੇ ਜਿੱਥੇ ਕੌਮੀ ਝੰਡਾ ਲਹਿਰਾਇਆ ਗਿਆ, ਉੱਥੇ ਹੀ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਅਲਾਮਤ ਤੋਂ ਬਚਾਉਣ ਲਈ ਜਿਹੜਾ ਹੈਗਾ ਅਗਲੇ ਆਜ਼ਾਦੀ ਦਿਹਾੜੇ ਤੱਕ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਸੰਕਲਪ ਵੀ ਲਿਆ। ਦੋਸਤੋ ਮੁੱਖ ਮੰਤਰੀ ਨੇ ਇਹ ਸੰਕਲਪ ਹੈ ਜਿਹੜਾ ਕੋਈ ਰਾਜਨੀਤਿਕ ਸਟੇਜ ਤੋਂ ਨਹੀਂ ਲਿਆ ਵੀ ਕਿ ਹਾਂਜੀ ਰਾਜਨੀਤੀ ਕਰ ਰਹੇ ਹੁਣ ਉੱਥੇ ਵੋਟਾਂ ਬਟੋਰਨ ਲਈ ਇਹੋ ਜਿਹਾ ਕੁਝ ਕਹਿ ਦਿੱਤਾ ਹੋਵੇ। ਇਹ ਸ਼ਬਦ ਮੁੱਖ ਮੰਤਰੀ ਨੇ ਜਾਂ ਇਹ ਸੰਕਲਪ ਮੁੱਖ ਮੰਤਰੀ ਨੇ ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਲਿਆ ਅਤੇ ਉਹਨਾਂ ਕਿਹਾ ਵੀ ਕਿ ਅਸੀਂ ਇੱਕ ਰੂਪ ਰੇਖਾ ਤਿਆਰ ਕਰ ਲਈ ਹੈ ਜਿਸ ਦੇ ਵਿੱਚ ਲੋਕਾਂ ਦੇ ਸਹਿਯੋਗ ਦੀ ਵੀ ਉਹਨਾਂ ਨੇ ਮੰਗ ਕੀਤੀ ਹੈ ਵੀ ਕਿ ਲੋਕਾਂ ਦੇ ਸਹਿਯੋਗ ਦੀ ਸਾਨੂੰ ਲੋੜ ਹੈ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਹੀ ਜਿਹੜਾ ਹੈਗਾ ਅਤੇ ਸਰਕਾਰ ਦੀ ਰਣਨੀਤੀ ਨਾਲ ਜਿਹੜਾ ਸਾਲ 2024 ਦਾ ਆਜ਼ਾਦੀ ਦਿਹਾੜਾ ਆਵੇਗਾ, ਕਹਿ ਲਓ ਜਿਹੜਾ ਆਪਣਾ 78ਵਾਂ ਆਜ਼ਾਦੀ ਦਿਹਾੜਾ ਹੋਵੇਗਾ, ਅਗਲੇ ਬਾਰੇ ਮਨਾਵਾਂਗੇ, ਉਦੋਂ ਤੱਕ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾਉਣ ਦਾ ਜਿਹੜਾ ਉਹਨਾਂ ਨੇ ਸੰਕਲਪ ਲਿਆ। ਚਲੋ ਮੁੱਖ ਮੰਤਰੀ ਦਾ ਇਹ ਕਦਮ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਵੀ ਕਿ ਮੁੱਖ ਮੰਤਰੀ ਨੇ ਨਸ਼ਿਆਂ 'ਤੇ ਹੁਣ ਤੱਕ ਬਹੁਤ ਕੁਝ ਸਟੇਟਮੈਂਟਾਂ ਦਿੰਦੇ ਆ ਰਹੇ ਸੀ, ਬਹੁਤ ਕੁਝ ਬੋਲਦੇ ਆ ਰਹੇ ਸੀ, ਪਰ ਆਜ਼ਾਦੀ ਦਿਹਾੜੇ ਦੇ ਸਮਾਗਮ 'ਚ ਜਿੱਥੇ ਉਹਨਾਂ ਨੇ ਆਪਣੀ ਸਰਕਾਰ ਦੀ ਜਿਹੜਾ ਹੈਗਾ ਲਗਭਗ 1.25 ਸਾਲ ਤੋਂ ਵੱਧ ਅਰਸੇ ਦੀ ਕਾਰਗੁਜ਼ਾਰੀ ਦਾ ਲੋਕਾਂ ਅੱਗੇ ਬਿਆਨ ਕੀਤੀ ਹੈ, ਉੱਥੇ ਹੀ ਨਸ਼ਿਆਂ 'ਤੇ ਨੱਥ ਪਾਉਣ ਲਈ ਜੋ ਕੁਝ ਹੁਣ ਤੱਕ ਸਰਕਾਰ ਦੀ ਕਾਰਗੁਜ਼ਾਰੀ ਹੈ ਉਹ ਵੀ ਦੱਸੀ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਅਗਲੇ ਆਜ਼ਾਦੀ ਦਿਹਾੜੇ ਤੱਕ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਅਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣ ਦਾ ਇੱਕ ਸੱਦਾ ਦਿੱਤਾ ਹੈ, ਇੱਕ ਐਲਾਨ ਕੀਤਾ ਹੈ। ਇਹ ਮੁੱਖ ਮੰਤਰੀ ਦਾ ਬਹੁਤ ਹੀ ਸਵਾਗਤਯੋਗ ਕਦਮ ਹੈ ਅਤੇ ਅਸੀਂ ਚਾਹਾਂਗੇ ਵੀ ਕਿ ਮੁੱਖ ਮੰਤਰੀ ਇਸ ਐਲਾਨ 'ਤੇ ਖਰੇ ਵੀ ਉਤਰਨ ਅਤੇ ਪੰਜਾਬ ਨੂੰ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਬਣਾਉਣ। ਦੋਸਤੋ ਪਰ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ ਸੰਕਲਪ ਦੇ ਦੋ ਪਹਿਲੂ ਸਾਨੂੰ ਮੁੱਖ ਤੌਰ 'ਤੇ ਦੇਖਣ ਨੂੰ ਮਿਲਦੇ ਨੇ। ਜੇ ਇਸ ਸੰਕਲਪ ਨੂੰ ਸਰਕਾਰ ਵਾਕਈ ਪੂਰਾ ਕਰਨਾ ਚਾਹੁੰਦੀ ਹੈ ਤਾਂ ਸਰਕਾਰ ਨੂੰ ਵੈਸੇ ਤਾਂ ਚਲੋ ਜਿੱਥੇ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਲਈ ਕਹਿ ਲਓ ਜਾਂ ਨਸ਼ਿਆਂ ਦੇ ਸਪਲਾਈ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਕਾਰਵਾਈਆਂ ਕਰਨੀਆਂ ਉਹ ਤਾਂ ਕਰਨੀ ਹੀ ਕਰਨੀ ਹੈ, ਪਰ ਇਸ ਦੇ ਨਾਲ ਹੀ ਦੋ ਪਹਿਲੂ ਮੁੱਖ ਤੌਰ 'ਤੇ ਹੋਰ ਨਿਕਲ ਕੇ ਸਾਹਮਣੇ ਆਉਂਦੇ ਨੇ। ਜੇ ਦੇਖੀਏ ਤਾਂ ਪਹਿਲਾ ਪਹਿਲੂ ਇਹੀ ਹੈ ਵੀ ਕਿ ਮੌਜੂਦਾ ਸਮੇਂ ਸਮਾਜ ਦੇ ਵਿੱਚ ਜਿਹੜੇ ਨਸ਼ੇ ਕਰਨ ਦੇ ਆਦੀ ਨੌਜਵਾਨ ਨੇ ਉਹਨਾਂ ਨੂੰ ਪੀੜਤਾਂ ਵਜੋਂ ਦੇਖਿਆ ਜਾਣਾ ਚਾਹੀਦਾ, ਨਾ ਕਿ ਗੈਰ ਸਮਾਜਿਕ ਅਨਸਰਾਂ ਵਜੋਂ। ਪੁਲਿਸ ਅਕਸਰ ਕੀ ਕਰਦੀ ਹੈ ਵੀ ਕਿ ਜਿਹੜੇ ਨਸ਼ੇ ਕਰਨ ਦੇ ਆਦੀ ਨੌਜਵਾਨ ਨੇ ਕਿਸੇ ਤੋਂ 2 ਗ੍ਰਾਮ, ਕਿਸੇ ਤੋਂ 4 ਗ੍ਰਾਮ, ਕਿਸੇ ਤੋਂ 10 ਗ੍ਰਾਮ ਨਸ਼ੀਲੇ ਪਦਾਰਥ ਮਿਲ ਗਏ ਤਾਂ ਉਹਨਾਂ 'ਤੇ ਪਰਚਾ ਦਰਜ ਕਰਦੀ ਆ, ਅੰਦਰ ਜੇਲ੍ਹ 'ਚ ਡੱਕਣ ਦਾ ਕੰਮ ਕਰਦੀ ਹੈ। ਪਰ ਉਹ ਨੌਜਵਾਨ ਜਿਹੜੇ ਨੇ ਜ਼ਿਆਦਾਤਰ ਉਹਨਾਂ ਦੇ ਵਿੱਚੋਂ ਉਹ ਖੁਦ ਨਸ਼ਾ ਕਰਨ ਦੇ ਆਦੀ ਨੇ ਅਤੇ ਉਹ ਆਪਣੇ ਖਾਣਯੋਗ ਸਮਾਨ ਲੈ ਕੇ ਆਉਂਦੇ ਨੇ। ਤਾਂ ਇਹੋ ਜਿਹੇ ਨੌਜਵਾਨਾਂ ਨੂੰ ਜਿਹੜਾ ਹੈਗਾ ਇੱਕ ਪੀੜਤਾਂ ਵਜੋਂ ਦੇਖਣਾ ਚਾਹੀਦਾ ਜਿਨ੍ਹਾਂ ਦਾ ਸਾਨੂੰ ਇਲਾਜ ਕਰਨ ਦੀ ਲੋੜ ਹੈ ਤਾਂ ਜੋ ਨਸ਼ਾ ਮੁਕਤ ਪੰਜਾਬ ਬਣਾਇਆ ਜਾ ਸਕੇ। ਪਰ ਅਕਸਰ ਹੀ ਪੁਲਿਸ ਇਹੋ ਜਿਹੇ ਨੌਜਵਾਨਾਂ 'ਤੇ ਪਰਚੇ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕਰ ਦਿੰਦੀ ਹੈ। ਤਾਂ ਬਹੁਤ ਹੀ ਜਿਹੜਾ ਹੈਗਾ ਇਹ ਮੁਸ਼ਕਿਲ ਗੱਲ ਜਿਹੜੀ ਲੱਗਦੀ ਹੈ ਵੀ ਕਿ ਇਹੋ ਜਿਹੇ ਹਾਲਾਤ 'ਚ ਅਸੀਂ ਕਿਵੇਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ। ਪਰ ਜਦੋਂ ਦੋਸਤੋ ਅਸੀਂ ਦੇਖਦੇ ਹਾਂ ਜਿਵੇਂ ਕਿ ਗੱਲ ਕੀਤੀ ਇਹਨਾਂ ਨੂੰ ਪੀੜਤਾਂ ਵਜੋਂ ਦੇਖਣਾ ਚਾਹੀਦਾ
ਤਾਂ ਇੱਕ ਚੀਜ਼ ਸਪਸ਼ਟ ਤੌਰ 'ਤੇ ਆਉਂਦੀ ਹੈ ਵੀ ਕਿ ਇਹ ਜਿਹੜੇ ਨੌਜਵਾਨ ਨੇ ਜਿਨ੍ਹਾਂ ਤੋਂ ਮਾਮੂਲੀ ਕੁਆਂਟਿਟੀ ਦੇ ਵਿੱਚ ਨਸ਼ੀਲੇ ਪਦਾਰਥ ਫੜੇ ਜਾਂਦੇ ਨੇ, ਉਹਨਾਂ ਨੂੰ ਸਾਨੂੰ ਸਮਝਣ ਦੀ ਲੋੜ ਹੈ, ਉਹਨਾਂ ਨੂੰ ਵਾਚ ਕਰਨ ਦੀ ਲੋੜ ਹੈ ਵੀ ਕਿ ਉਹ ਆਖਿਰਕਾਰ ਨਸ਼ਿਆਂ ਦੀ ਦਲਦਲ 'ਚ ਕਿਵੇਂ ਲਿਪਟ ਗਏ ਨੇ, ਉਹ ਕਿੰਨਾ ਕੁ ਨਸ਼ਾ ਲੈ ਰਹੇ ਨੇ, ਉਹ ਕੀ ਕੁਝ ਕਰ ਰਹੇ ਨੇ। ਇਸ ਬਾਰੇ ਜਿਹੜਾ ਹੈਗਾ ਸੋਚਣ ਦੀ ਵਿਚਾਰਨ ਦੀ ਲੋੜ ਹੈ, ਕਿਉਂਕਿ ਇਹ ਜਿਹੜੇ ਨੇ ਇਹ ਕੋਈ ਸਮਾਜ ਵਿਰੋਧੀ ਤੱਤਵ ਨਹੀਂ ਹੈ। ਇਹ ਕਿਸੇ ਨਾ ਕਿਸੇ ਮਾੜੇ ਹਾਲਾਤਾਂ ਦੇ ਵਿੱਚ ਜਿਹੜਾ ਹੈਗਾ ਨਸ਼ਿਆਂ ਦੀ ਦਲਦਲ ਦੀ ਚਪੇਟ ਦੇ ਵਿੱਚ ਆ ਚੁੱਕੇ ਨੇ, ਅਤੇ ਜਿਨ੍ਹਾਂ ਦਾ ਸਮੇਂ ਦੇ ਨਾਲ ਨਾਲ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਕਰਕੇ ਜਿਹੜਾ ਹੈਗਾ ਇਹ ਮਾਨਸਿਕ ਤੌਰ 'ਤੇ ਨਸ਼ੇ ਕਰਨ ਦੇ ਆਦੀ ਹੋ ਚੁੱਕੇ ਨੇ, ਜਿਨ੍ਹਾਂ ਨੂੰ ਨਸ਼ੇ ਕਰਨਾ ਬਹੁਤ ਆਪਣੇ ਆਪ ਨੂੰ ਜ਼ਰੂਰੀ ਮੰਨਦੇ ਨੇ ਵੀ ਕਿ ਜੇ ਨਸ਼ੇ ਨਹੀਂ ਕੀਤੇ ਸ਼ਾਇਦ ਸਾਨੂੰ ਜਿਉਣਾ ਔਖਾ ਹੋ ਜਾਏਗਾ। ਇਹ ਇਹੋ ਜਿਹੇ ਹਾਲਾਤ 'ਚੋਂ ਗੁਜ਼ਰ ਰਹੇ ਹੁੰਦੇ ਨੇ। ਤਾਂ ਸਰਕਾਰ ਨੂੰ ਚਾਹੀਦਾ ਪਹਿਲਾਂ ਤਾਂ ਇਹਨਾਂ ਦੇ ਇਲਾਜ ਵੱਲ ਧਿਆਨ ਦੇਣ। ਉੱਥੇ ਹੀ ਦੂਜੇ ਪਾਸੇ ਜੇ ਦੇਖੀਏ ਤਾਂ ਇਹਨਾਂ ਦੀ ਪਰਿਵਾਰਕ ਅਤੇ ਆਰਥਿਕ ਪੱਧਰ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਵੀ ਕਿ ਕੀ ਵਾਕਈ ਇਹ ਲੋਕ ਨਸ਼ੇ ਕਰਨ ਯੋਗ ਹੈਗੇ ਨੇ। ਇਹਨਾਂ ਦੇ ਘਰਾਂ ਦੇ ਹਾਲਾਤ ਦੇਖਣੇ ਚਾਹੀਦੇ ਨੇ, ਇਹਨਾਂ ਦੇ ਹੋਰ ਹਾਲਾਤ ਦੇਖਣੇ ਚਾਹੀਦੇ ਨੇ, ਕਿਉਂਕਿ ਨਸ਼ੇ ਜਿਹੜੇ ਨੇ ਉਹ ਕੋਈ ਸਸਤੇ ਭਾਅ ਦੇ ਨਹੀਂ ਆ, ਬਹੁਤ ਮਹਿੰਗੇ ਨਸ਼ੀਲੇ ਪਦਾਰਥ ਬਹੁਤ ਮਹਿੰਗੇ ਨੇ, ਜਿਨ੍ਹਾਂ ਨੂੰ ਪੂਰੇ ਕਰਨ ਲਈ ਇਹ ਨੌਜਵਾਨ ਜਿਹੜੇ ਨੇ ਕਦੀ ਆਪਣੇ ਘਰਾਂ ਦਾ ਸਮਾਨ ਵੇਚਦੇ ਨੇ, ਕਦੀ ਅਪਰਾਧਾਂ ਦਾ ਰਾਹ ਫੜਦੇ ਨੇ। ਤਾਂ ਇਹੋ ਜਿਹੇ ਸਾਰੇ ਹਾਲਾਤਾਂ 'ਚ ਜਿਹੜਾ ਹੈਗਾ ਇਹਨਾਂ ਬਾਰੇ ਸੋਚਣਾ ਅਤੇ ਵਿਚਾਰ ਕਰਨਾ ਚਾਹੀਦਾ, ਕਿਉਂਕਿ ਜਿੱਥੇ ਇਹ ਨੌਜਵਾਨ ਜਿਹੜੇ ਨੇ ਨਸ਼ੇ ਕਰਨ ਦੇ ਆਦੀ ਹੋ ਜਾਂਦੇ ਨੇ, ਉੱਥੇ ਹੀ ਨਸ਼ੇ ਕਰਨ ਦੇ ਨਾਲ ਨਾਲ ਇਹ ਜਿਹੜੇ ਨੇ ਸਰਿੰਜਾਂ ਰਾਹੀਂ ਜਿਹੜਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਦੇ ਨੇ। ਤਾਂ ਉਹ ਵੀ ਇੱਕ ਇੱਕ ਸਰਿੰਜ ਕਈ ਨੌਜਵਾਨ ਜਿਹੜੇ ਨੇ ਉਹ ਯੂਜ਼ ਕਰਦੇ ਨੇ, ਵਰਤੋਂ 'ਚ ਲਿਆਉਂਦੇ ਨੇ, ਜਿਸ ਕਰਕੇ ਜਿੱਥੇ ਨਸ਼ੇ ਕਰਨ ਦੇ ਆਦੀ ਹੁੰਦੇ ਨੇ ਤਾਂ ਉੱਥੇ ਹੀ ਇੱਕੋ ਸਰਿੰਜ ਦੀ ਵਾਰ-ਵਾਰ ਵਰਤੋਂ ਕਰਨ ਨਾਲ ਹੈਪੇਟਾਈਟਿਸ ਸੀ ਹੋ ਗਿਆ, ਏਡਸ ਹੋ ਗਿਆ, ਇਹੋ ਜਿਹੀ ਕਈ ਤਰ੍ਹਾਂ ਦੀ ਘਾਤਕ ਬਿਮਾਰੀਆਂ ਦੀ ਚਪੇਟ ਦੇ ਵਿੱਚ ਵੀ ਆ ਜਾਂਦੇ ਨੇ, ਜਿਸ ਨਾਲ ਜਿੱਥੇ ਸਾਡੀ ਨੌਜਵਾਨੀ ਨਸ਼ਿਆਂ ਕਰਕੇ ਤਾਂ ਫੌਤ ਦਾ ਸ਼ਿਕਾਰ ਹੁੰਦੀ ਹੈ, ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਘਾਤਕ ਬਿਮਾਰੀਆਂ ਦੀ ਚਪੇਟ 'ਚ ਆ ਕੇ ਵੀ ਜਿਹੜਾ ਹੈਗਾ ਫੌਤ ਦਾ ਸ਼ਿਕਾਰ ਜਿਹੜਾ ਹੈਗਾ ਹੋ ਜਾਂਦੀ ਹੈ, ਅਤੇ ਇਹੀ ਉਹਨਾਂ ਦੀ ਮੌਤ ਦੇ ਵੱਡੇ ਕਾਰਨ ਵੀ ਬਣਦੇ ਨੇ। ਤਾਂ ਸਾਨੂੰ ਚਾਹੀਦਾ ਇਹੀ ਹੈ ਵੀ ਕਿ ਇਹੋ ਜਿਹੇ ਹਾਲਾਤਾਂ 'ਚ ਸਰਕਾਰ ਨੂੰ ਚਾਹੀਦਾ ਹੈ ਵੀ ਕਿ ਜਿਹੜੇ ਨੌਜਵਾਨ ਨਸ਼ੇ ਕਰਨ ਦੇ ਆਦੀ ਨੇ ਸਿਰਫ ਉਹਨਾਂ ਦਾ ਇਲਾਜ ਸਮੇਂ ਸਿਰ ਕਰਨਾ ਚਾਹੀਦਾ, ਅਤੇ ਉਹਨਾਂ ਨੂੰ ਜਿਹੜਾ ਹੈਗਾ ਨਸ਼ਿਆਂ ਤੋਂ ਬਾਹਰ ਲਿਆਉਣ ਲਈ ਕੋਈ ਵਿਉਂਤਬੰਦੀ ਬਣਾਉਣ ਦੀ ਲੋੜ ਹੈ, ਤਾਂ ਜੋ ਨੌਜਵਾਨ ਨਸ਼ੇ ਕਰਨ ਦੇ ਜਿਹੜੇ ਆਦੀ ਨੇ ਉਹ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਆ ਸਕਣ। ਜੇ ਦੂਜੀ ਗੱਲ ਕਰੀਏ ਤਾਂ ਇਹੋ ਜਿਹੇ ਨੌਜਵਾਨਾਂ ਦਾ ਇੱਕ ਡਾਟਾਬੇਸ ਵੀ ਤਿਆਰ ਹੋਣਾ ਚਾਹੀਦਾ, ਤਾਂ ਜੋ ਉਹਨਾਂ ਨੌਜਵਾਨਾਂ 'ਤੇ ਨਜ਼ਰ ਵੀ ਰੱਖੀ ਜਾ ਸਕੇ ਵੀ ਕਿ ਇੱਕ ਨੌਜਵਾਨ ਨੂੰ ਜੇ ਕਿਸੇ ਆਊਟ ਸੈਂਟਰ ਤੋਂ ਮੈਡੀਸਨ ਲੈਣ ਲੱਗ ਗਿਆ ਉਹ, ਜਾਂ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਭਰਤੀ ਹੋ ਗਿਆ ਉਹ, ਉਸ ਤੋਂ ਬਾਅਦ ਜਦੋਂ ਉਹ ਨਸ਼ਾ ਛੁਡਾਊ ਕੇਂਦਰ ਤੋਂ ਬਾਹਰ ਆਉਂਦਾ ਤਾਂ ਬਾਹਰ ਆਉਣ ਤੋਂ ਬਾਅਦ 5-7-10 ਹਫ਼ਤੇ ਮਤਲਬ ਲਗਭਗ 2-2.5-3 ਮਹੀਨੇ ਦਾ ਅਰਸਾ ਇਹੋ ਜਿਹਾ ਹੁੰਦਾ, ਉਹਨਾਂ ਲਈ ਇੱਕ ਬੜਾ ਕਰੂਸ਼ੀਅਸ ਜਿਹਾ ਟਾਈਮ ਹੁੰਦਾ ਜਦੋਂ ਉਹਨਾਂ 'ਤੇ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ, ਕਿਉਂਕਿ ਨਸ਼ਾ ਛੁਡਾਊ ਕੇਂਦਰਾਂ 'ਚ ਤਾਂ ਉਹ ਨਸ਼ੇ ਜਿਹੜਾ ਹੈਗਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਹੀਂ ਕਰ ਪਾਉਂਦੇ, ਪਰ ਜਦੋਂ ਉੱਥੋਂ ਉਹ ਬਾਹਰ ਆ ਜਾਂਦੇ ਨੇ ਤਾਂ ਮੁੜ ਉਹ ਮਾੜੀ ਸੰਗਤ ਕਰਕੇ ਕਹਿ ਲਓ ਜਾਂ ਪੁਰਾਣੀਆਂ ਆਦਤਾਂ ਕਰਕੇ ਉਹਨਾਂ 'ਚੋਂ ਵਧੇਰੇ ਨੌਜਵਾਨ ਜਿਹੜੇ ਨੇ ਮੁੜ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਲੱਗ ਜਾਂਦੇ ਨੇ। ਤਾਂ ਇਹੋ ਜਿਹਾ ਇੱਕ ਡਾਟਾਬੇਸ ਤਿਆਰ ਜ਼ਰੂਰ ਹੋਣਾ ਚਾਹੀਦਾ, ਤਾਂ ਜੋ ਜਿਹੜੇ ਵੀ ਨੌਜਵਾਨ ਇਹ ਨਸ਼ਾ ਛੁਡਾਊ ਕੇਂਦਰਾਂ 'ਚੋਂ ਸਮਾਂ ਬਤੀਤ ਕਰਕੇ ਆਉਂਦੇ ਨੇ ਤਾਂ ਉਹਨਾਂ 'ਤੇ ਕੋਈ ਚਾਹੇ ਵਲੰਟੀਅਰਾਂ ਰਾਹੀਂ ਨਜ਼ਰ ਰੱਖੀ ਜਾ ਸਕੇ ਜਾਂ ਉਹਨਾਂ ਦੇ ਕਿਸੇ ਹੋਰ ਢੰਗ ਤਰੀਕੇ ਨਾਲ ਨਜ਼ਰ ਰੱਖੀ ਜਾ ਸਕੇ ਵੀ ਕਿ ਵਾਕਈ ਉਹ ਨੌਜਵਾਨ ਜਿਹੜੇ ਨੇ ਉਹ ਨਸ਼ਿਆਂ ਦੀ ਵਰਤੋਂ ਨਹੀਂ ਕਰ ਰਹੇ। ਤਾਂ ਇਸ ਤਰ੍ਹਾਂ ਦੀ ਚੀਜ਼ਾਂ ਵੱਲ ਵੀ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ, ਤਾਂ ਜੋ ਅਸੀਂ ਵਾਕਈ ਨਸ਼ਾ ਮੁਕਤ ਪੰਜਾਬ ਵੱਲ ਸਹੀ ਢੰਗ ਨਾਲ ਕਦਮ ਜਿਹੜੇ ਹੈਗੇ ਅੱਗੇ ਵਧਾ ਸਕੀਏ। ਪਰ ਦੋਸਤੋ ਇਸ ਦੇ ਨਾਲ ਹੀ ਜੇਕਰ ਅਸੀਂ ਦੇਖੀਏ ਤਾਂ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਕਈ ਤਰ੍ਹਾਂ ਦੀ ਚੁਣੌਤੀਆਂ ਦਾ ਵੀ ਸਰਕਾਰਾਂ ਨੂੰ ਵੀ ਪੁਲਿਸ ਨੂੰ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਹ ਤਾਂ ਜਿੱਥੇ ਆਪਾਂ ਹੁਣ ਤੱਕ ਗੱਲ ਕਰੀਏ ਨੌਜਵਾਨਾਂ ਨੂੰ ਜਿਹੜੇ ਨਸ਼ੇ ਕਰਨ ਦੇ ਆਦੀ ਨੇ ਉਹਨਾਂ ਨੂੰ ਕਿਵੇਂ ਬਾਹਰ ਲਿਆਂਦਾ ਜਾ ਸਕਦਾ ਹੈ, ਪਰ ਜੇ ਦੂਜੇ ਪਾਸੇ ਅਸੀਂ ਦੇਖੀਏ ਤਾਂ ਪੰਜਾਬ 'ਚ ਵੱਡੇ ਪੱਧਰ 'ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਜਿਹੜੀ ਹੈਗੀ ਹੈ ਵੱਡੇ ਪੱਧਰ 'ਤੇ ਹੋ ਰਹੀ ਹੈ, ਉਸ ਨੂੰ ਵੀ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਰੋਕਣਾ ਬਹੁਤ ਜ਼ਰੂਰੀ ਹੈ। ਇਹ ਇੱਕ ਵੱਡੀ ਚੁਣੌਤੀ ਵੀ ਹੈ ਸਰਕਾਰ ਲਈ ਅਤੇ ਚਿੰਤਾ ਦਾ ਵਿਸ਼ਾ ਵੀ ਹੈ, ਕਿਉਂਕਿ ਜੇ ਦੇਖੀਏ ਤਾਂ ਪੰਜਾਬ 'ਚ ਮੁੱਖ ਤੌਰ 'ਤੇ ਭੰਗ, ਚਰਸ, ਅਫੀਮ, ਭੁੱਕੀ, ਹੈਰੋਇਨ, ਸਮੈਕ ਇਹੋ ਜਿਹੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ, ਅਤੇ ਇਹਨਾਂ ਦੇ ਵਿੱਚੋਂ ਜੇ ਦੇਖੀਏ ਤਾਂ ਸਭ ਤੋਂ ਖਤਰਨਾਕ ਤਾਂ ਹੈਰੋਇਨ ਅਤੇ ਸਮੈਕ ਨੂੰ ਹੀ ਮੰਨਿਆ ਜਾ ਰਿਹਾ ਵੀ ਕਿ ਇਹ ਵਾਕਈ ਬਹੁਤ ਖਤਰਨਾਕ ਨੇ, ਵੀ ਕਿ ਜਿਨ੍ਹਾਂ ਨੂੰ ਜੇਕਰ ਨੌਜਵਾਨ 2-4 ਵਾਰ ਲੈ ਲੈਂਦਾ ਜਾਂ ਇਹਨਾਂ ਦੀ ਵਰਤੋਂ 2-4 ਵਾਰ ਕਰਦਾ ਤਾਂ ਉਹ ਇਹਨਾਂ ਦਾ ਆਦੀ ਹੋ ਜਾਂਦਾ ਇੰਨੀ ਛੇਤੀ, ਤਾਂ ਇਹ ਸਭ ਤੋਂ ਘਾਤਕ ਮੰਨੇ ਜਾਂਦੇ ਨੇ।
ਤਾਂ ਇਸ ਲਈ ਲੋੜ ਇਹੀ ਹੈ ਵੀ ਕਿ ਸਰਕਾਰ ਨੂੰ ਵੀ ਕਿ ਇਹ ਜਿਹੜੀ ਸਪਲਾਈ ਚੇਨ ਹੈ ਉਸ ਨੂੰ ਤੋੜਨ ਲਈ ਵੀ ਇੱਕ ਠੋਸ ਰਣਨੀਤੀ ਬਣਾਉਣੀ ਚਾਹੀਦੀ ਹੈ। ਕਿਉਂਕਿ ਜਿਹੜੇ ਹੁਣ ਤੱਕ ਦੇ ਵੱਖ-ਵੱਖ, ਚਾਹੇ ਸੀਨੀਅਰ ਪੁਲਿਸ ਅਫਸਰਾਂ ਦੀ ਗੱਲ ਕਰ ਲਓ, ਚਾਹੇ ਇਸ ਖੇਤਰ ਦੇ ਮਾਹਰਾਂ ਦੀ ਗੱਲ ਕਰ ਲਈਏ, ਤਾਂ ਉਹਨਾਂ ਨੇ ਸਪਸ਼ਟ ਤੌਰ 'ਤੇ ਕਿਹਾ ਵੀ ਕਿ ਨਸ਼ਿਆਂ ਦੀ ਸਪਲਾਈ ਚੇਨ ਕੋਈ 1 ਜਾਂ 2 ਲੈਵਲ 'ਤੇ ਨਹੀਂ ਹੁੰਦੀ, ਬਲਕਿ 6-7 ਲੈਵਲ 'ਤੇ ਹੁੰਦੀ ਹੈ। ਵੀ ਕਿ ਇਹਨਾਂ ਦੇ ਪਿੱਛੇ ਜਿਹੜੇ ਅਸਲ ਸਪਲਾਇਰ ਹੁੰਦੇ ਨੇ ਜਾਂ ਅਸਲ ਤਸਕਰ ਹੁੰਦੇ ਨੇ, ਉਹਨਾਂ ਤੱਕ ਪਹੁੰਚਣ ਤੱਕ 5 ਤੋਂ 6 ਲੈਵਲ ਹੁੰਦੇ ਨੇ ਜਾਂ 6 ਲੇਅਰਾਂ ਹੁੰਦੀਆਂ ਨੇ ਜਿੱਦਾਂ ਰਾਹੀਂ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾਂਦੇ ਨੇ। ਉਹਨਾਂ ਸਭ 'ਤੇ ਨੱਥ ਪਾਉਣਾ ਜਿਹੜਾ ਹੈਗਾ ਬਹੁਤ ਜ਼ਰੂਰੀ ਹੁੰਦਾ, ਤਾਂ ਹੀ ਜਿਹੜਾ ਹੈਗਾ ਨਸ਼ਿਆਂ ਦੇ ਜਿਹੜੇ ਅਸਲ ਸਪਲਾਇਰ ਨੇ ਉਹਨਾਂ ਨੂੰ ਜਿਹੜਾ ਹੈਗਾ ਕਾਬੂ ਕੀਤਾ ਜਾ ਸਕਦਾ। ਕਿਉਂਕਿ ਅਸਲ ਸਪਲਾਇਰ ਤਾਂ ਜ਼ਿਆਦਾਤਰ ਹਾਲੇ ਤੱਕ ਪੁਲਿਸ ਦੇ ਹੱਥ ਬਹੁਤ ਘੱਟ ਆਏ ਨੇ, ਜ਼ਿਆਦਾਤਰ ਤਾਂ ਨਿਚਲੇ ਜਿਹੜੇ ਸਪਲਾਇਰ ਹੀ ਹੁੰਦੇ ਨੇ ਉਹੀ ਕਾਬੂ ਹੁੰਦੇ ਨੇ, ਪਰ ਜਿਹੜੇ ਅਸਲ ਜਿਹੜੇ ਨੇ ਸਪਲਾਈ ਕਰਨ ਵਾਲੇ ਜਿਨ੍ਹਾਂ ਦਾ ਮੁੱਖ ਕੰਮ ਇਹੀ ਹੁੰਦਾ ਉਹ ਪੁਲਿਸ ਦੀ ਹੱਥ ਬਹੁਤ ਹੀ ਘੱਟ ਆਉਂਦੇ ਨੇ। ਜਿਵੇਂ ਪਿਛਲੇ ਦਿਨੀ ਇੱਕ ਚੰਡੀਗੜ੍ਹ ਪੁਲਿਸ ਵੱਲੋਂ ਗਰੋਹ ਫੜਿਆ ਗਿਆ ਜੋ ਕਿ ਪਾਕਿਸਤਾਨ ਤੋਂ ਨਸ਼ੀਲੇ ਪਦਾਰਥ ਲਿਆ ਕੇ ਚੰਡੀਗੜ੍ਹ ਟਰਾਈ ਸਿਟੀ ਦੇ ਆਲੇ ਦੁਆਲੇ ਹੀ ਨਹੀਂ ਪੰਜਾਬ ਭਰ ਦੇ ਵਿੱਚ ਨਸ਼ੀਲੇ ਪਦਾਰਥ ਸਪਲਾਈ ਕਰ ਰਹੇ ਸੀਗੇ। ਤਾਂ ਉੱਥੋਂ ਪਤਾ ਲੱਗਿਆ ਉਹਨਾਂ ਤੋਂ ਗਰੋਹ ਦੀ ਪੁੱਛਗਿੱਛ ਤੋਂ ਵੀ ਕਿ ਉਹਨਾਂ ਗਰੋਹ ਦਾ ਜਿਹੜਾ ਸਰਗਨ ਹੈ ਉਹ ਕਿਵੇਂ ਵਿਦੇਸ਼ ਦੇ ਵਿੱਚ ਬੈਠਾ ਪੰਜਾਬ ਦੇ ਵਿੱਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰ ਰਿਹਾ, ਔਰ ਉਹ ਵਿਦੇਸ਼ 'ਚ ਬੈਠ ਕੇ ਸਪਲਾਈ ਕਿੱਥੋਂ ਕਰਵਾ ਰਿਹਾ? ਪਾਕਿਸਤਾਨ ਤੋਂ। ਵੀ ਕਿ ਇਹ ਜਿਹੜੀਆਂ ਤਾਰਾਂ ਜੁੜਦੀਆਂ ਜਾਂਦੀਆਂ ਨੇ, ਇਹ ਤਾਰਾਂ ਤੱਕ ਜਿਹੜਾ ਹੈਗਾ ਪ੍ਰੋਪਰ ਢੰਗ ਤਰੀਕੇ ਨਾਲ ਸਰਚ ਕਰਕੇ ਜਾਂਚ ਕਰਕੇ ਜਿਹੜੇ ਅਸਲ ਸਪਲਾਇਰ ਨੇ ਉਹਨਾਂ ਤੱਕ ਪਹੁੰਚਣਾ ਬਹੁਤ ਜ਼ਰੂਰੀ ਹੈ, ਤਾਂ ਜੋ ਇਹੋ ਜਿਹੇ ਜਿਹੜੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਚੇਨ ਹੈ ਉਸ ਨੂੰ ਜਿਹੜਾ ਹੈਗਾ ਤੋੜਿਆ ਜਾ ਸਕੇ। ਇਸ ਲਈ ਲੋੜ ਇਹੀ ਹੈ ਕਿਉਂਕਿ ਪੁਲਿਸ ਨੂੰ ਵੀ ਆਪਣੀ ਜਿਹੜੀ ਜਾਂਚ ਪੜਤਾਲ ਹੈ ਉਹ ਹੋਰ ਸਖਤੀ ਨਾਲ ਅਤੇ ਹੋਰ ਚੌਕਸੀ ਨਾਲ ਕਰਨੀ ਪਵੇਗੀ। ਤਾਂ ਉੱਥੇ ਹੀ ਜਿਹੜਾ ਹੈਗਾ ਆਪਣੀ ਇੰਟੈਲੀਜੈਂਸ ਨੂੰ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਹੋਰ ਚੌਕਸ ਰਹਿਣ ਦੀ ਲੋੜ ਹੈ, ਤਾਂ ਜੋ ਇਹੋ ਜਿਹੀ ਸਪਲਾਈ ਚੇਨ ਨੂੰ ਤੋੜਿਆ ਜਾ ਸਕੇ। ਅਤੇ ਦੂਜੇ ਪਾਸੇ ਜੇ ਦੇਖੀਏ ਤਾਂ ਚਾਹੇ ਸਰਹੱਦ ਪਾਰ ਤੋਂ ਸਿੱਧਾ ਇੱਧਰ ਸਰਹੱਦੀ ਖੇਤਰ ਤੋਂ ਆਉਂਦੇ ਨੇ, ਚਾਹੇ ਅਸੀਂ ਕਹਿ ਦਈਏ ਵੀ ਕਿਆ ਬੰਦਰਗਾਹਾਂ ਰਾਹੀਂ ਜਿਹੜੇ ਨਸ਼ੀਲੇ ਪਦਾਰਥ ਸਪਲਾਈ ਕੀਤੇ ਜਾ ਰਹੇ ਨੇ, ਉਹਨਾਂ 'ਤੇ ਵੀ ਨੱਥ ਪਾਉਣ ਦੀ ਜਿਹੜਾ ਹੈਗਾ ਲੋੜ ਹੈ। ਕਿਉਂਕਿ ਉਹ ਨਸ਼ੀਲੇ ਪਦਾਰਥ ਸਿੱਧੇ ਤੌਰ 'ਤੇ ਸਪਲਾਈ ਨਹੀਂ ਹੁੰਦੇ, ਉੱਥੇ ਕਿਤੇ ਨਾ ਕਿਤੇ ਜੇ ਦੇਖੀਏ ਤਾਂ ਪੁਲਿਸ ਅਧਿਕਾਰੀਆਂ ਦੀ ਮਿਲੀ ਭੁਗਤ ਵੀ ਸਾਹਮਣੇ ਆਉਂਦੀ ਹੈ ਸਮੇਂ ਸਮੇਂ 'ਤੇ। ਉੱਥੇ ਰਾਜਸੀ ਆਗੂਆਂ ਦੀ ਪੁਸ਼ਤ ਪਨਾਹੀ ਵੀ ਸਾਹਮਣੇ ਆਉਂਦੀ ਹੈ, ਉਸ ਨੂੰ ਵੀ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਤਾਂ ਇਹੋ ਜਿਹੀ ਸਾਰੀਆਂ ਚੀਜ਼ਾਂ 'ਤੇ ਵੀ ਪੁਲਿਸ ਨੂੰ ਨੱਥ ਪਾਉਣ ਦੀ ਲੋੜ ਹੈ, ਕੰਮ ਕਰਨ ਦੀ ਲੋੜ ਹੈ, ਤਾਂ ਜੋ ਜਿਹੜੇ ਅਧਿਕਾਰੀ ਜਾਂ ਪੁਲਿਸ ਮੁਲਾਜ਼ਮ ਮਿਲੇ ਹੋਏ ਨੇ ਇਹੋ ਜਿਹੇ ਕਾਰੋਬਾਰ 'ਚ ਸ਼ਾਮਲ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਕਾਬੂ ਕੀਤਾ ਜਾ ਸਕੇ। ਦੂਜੇ ਪਾਸੇ ਜਿਹੜੇ ਰਾਜਸੀ ਆਗੂਆਂ ਦੀ ਪੁਸ਼ਤ ਪਨਾਹੀ ਆ ਉਹਨਾਂ ਨੂੰ ਵੀ ਜਿਹੜਾ ਹੈਗਾ ਲੋਕਾਂ ਦੇ ਸਾਹਮਣੇ ਜਿਹੜਾ ਹੈਗਾ ਲਿਆਂਦਾ ਜਾਣਾ ਚਾਹੀਦਾ, ਤਾਂ ਜੋ ਲੋਕਾਂ ਨੂੰ ਵੀ ਇਹੋ ਜਿਹੇ ਆਗੂਆਂ ਦਾ ਜਿਹੜਾ ਹੈਗਾ ਸੱਚ ਸਾਹਮਣੇ ਆਉਣਾ ਚਾਹੀਦਾ ਅਤੇ ਪਤਾ ਲੱਗਣਾ ਚਾਹੀਦਾ। ਪਰ ਦੋਸਤੋ ਜੇ ਅਸੀਂ ਆਂਕੜਿਆਂ ਦੀ ਗੱਲ ਕਰੀਏ ਪੰਜਾਬ ਦੇ ਵਿੱਚ, ਤਾਂ ਆਂਕੜੇ ਵੀ ਕੋਈ ਛੋਟੇ ਨਹੀਂ ਹੈ। ਕਿਉਂਕਿ ਪਿਛਲੇ ਦਿਨੀ ਸਿਹਤ ਮੰਤਰੀ ਨੇ ਜਿਹੜਾ ਹੈਗਾ ਵਿਧਾਨ ਸਭਾ ਸੈਸ਼ਨ 'ਚ ਇੱਕ ਆਂਕੜੇ ਜਾਰੀ ਕੀਤੇ ਸੀ, ਤਾਂ ਉਹਨਾਂ ਨੇ ਮੰਨਿਆ ਸੀ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ 10 ਲੱਖ ਦੇ ਕਰੀਬ ਨੌਜਵਾਨ ਜਿਹੜੇ ਨੇ ਉਹ ਨਸ਼ਾ ਛਡਾਊ ਕੇਂਦਰਾਂ ਤੋਂ, ਓਟ ਕੇਂਦਰਾਂ ਤੋਂ ਜਾਂ ਹੋਰ ਕਿਸੇ ਨਾ ਕਿਸੇ ਢੰਗ ਤਰੀਕਿਆਂ ਨਾਲ ਜਿਹੜਾ ਹੈਗਾ ਮੈਡੀਸਨ ਲੈ ਰਹੇ ਨੇ, ਇਲਾਜ ਕਰਵਾ ਰਹੇ ਨੇ। ਪਰ ਜਦੋਂ ਅਸੀਂ ਹੁਣੇ ਪਿਛਲੇ ਦਿਨੀ ਪਾਰਲੀਮੈਂਟਰੀ ਬੋਰਡ ਦੀ ਜਿਹੜੇ ਸਥਾਈ ਕਮੇਟੀ ਨੇ ਇੱਕ ਲੋਕ ਸਭਾ 'ਚ ਆਂਕੜਾ ਪੇਸ਼ ਕੀਤਾ, ਤਾਂ ਉਸ ਆਂਕੜੇ ਨੂੰ ਦੇਖਦੇ ਹਾਂ ਤਾਂ ਉਹ ਆਂਕੜਾ ਬਹੁਤ ਹੀ ਹੈਰਾਨੀਜਨਕ ਹੈ। ਉਸ 'ਚ ਇਹੀ ਗਿਣਤੀ ਵੱਧ ਕੇ ਜਿਹੜਾ ਹੈਗਾ 20 ਲੱਖ 'ਤੇ ਪਹੁੰਚ ਜਾਂਦੀ ਹੈ। ਅਤੇ ਉਹੀ ਜਿਹੜਾ ਹੈਗਾ ਅੱਗੇ ਕਹਿੰਦੇ ਨੇ ਵੀ ਪੰਜਾਬ 'ਚ ਲਗਭਗ 60 ਲੱਖ ਦੇ ਕਰੀਬ ਨੌਜਵਾਨ ਨਸ਼ੇ ਕਰਨ ਦੇ ਆਦੀ ਨੇ। ਤਾਂ ਇਹੋ ਜਿਹੇ ਆਂਕੜੇ ਜਿਹੜੇ ਨੇ ਲੋਕਾਂ ਨੂੰ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਨੇ। ਇਸ ਨਾਲ ਜਿੱਥੇ ਪੰਜਾਬ ਦੀ ਜਿਹੜਾ ਇਮੇਜ ਦੀ ਗੱਲ ਕਰੀਏ ਉਹ ਇਕੱਲੇ ਭਾਰਤ ਵਿੱਚ ਹੀ ਨਹੀਂ ਦੁਨੀਆ ਵਿੱਚ ਡਾਊਨ ਹੁੰਦੀ ਹੈ। ਤਾਂ ਲੋੜ ਇਹੀ ਹੈ ਵੀ ਕਿ ਜੇ ਅਸੀਂ ਇਹ ਆਂਕੜੇ ਵਾਕਈ ਮੰਨਦੇ ਹਾਂ ਵੀ ਕਿ ਸੱਚ ਆਂਕੜੇ ਨੇ, ਸਹੀ ਆਂਕੜੇ ਨੇ ਸਰਕਾਰ ਦੇ, ਤਾਂ ਸਰਕਾਰਾਂ ਲਈ ਵੀ ਇਹ ਬੜੀ ਇੱਕ ਨਲਾਇਕੀ ਦੀ ਗੱਲ ਹੈ ਵੀ ਪੰਜਾਬ 'ਚ ਇੰਨੇ ਵੱਡੇ ਪੱਧਰ 'ਤੇ ਨੌਜਵਾਨੀ ਨਸ਼ਿਆਂ ਦੀ ਚਪੇਟ 'ਚ ਆ ਚੁੱਕੀ ਹੋਵੇ ਅਤੇ ਸਰਕਾਰਾਂ ਇਸ ਨੂੰ ਜਿਹੜਾ ਹੈਗਾ ਹਲੇ ਵੀ ਕੋਈ ਸੀਰੀਅਸਲੀ ਨਾ ਲੈ ਰਹੀਆਂ ਹੋਣ, ਇਸ ਨੂੰ ਹਲੇ ਵੀ ਜਿਹੜਾ ਇੱਕ ਰਾਜਨੀਤਿਕ ਮੁੱਦੇ ਵਜੋਂ ਉਭਾਰ ਰਹੀਆਂ ਹੋਣ, ਇਹ ਬਹੁਤ ਹੀ ਮੰਦਭਾਗੀ ਗੱਲ ਹੈ। ਇਸ ਲਈ ਲੋੜ ਹੈ ਵੀ ਕਿ ਪਹਿਲੀਆਂ ਸਰਕਾਰਾਂ ਨੇ ਵੀ ਬਹੁਤ ਵਾਰ ਨਸ਼ਿਆਂ ਦੇ ਮੁੱਦੇ 'ਤੇ ਰਾਜਨੀਤੀ ਕੀਤੀ ਹੈ। ਕਦੇ ਸਾਡੇ ਜਿਹੜਾ ਹੈਗਾ ਚੋਣ ਰੈਲੀਆਂ 'ਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ 4 ਹਫ਼ਤਿਆਂ 'ਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਗਈ, ਕਿਤੇ ਕਦੇ ਕਿਸੇ ਰਾਜਨੀਤਿਕ ਪਾਰਟੀ ਵੱਲੋਂ 4 ਹਫ਼ਤਿਆਂ ਦੇ ਵਿੱਚ ਜਿਹੜਾ ਤੋਂ ਬਾਅਦ 4 ਮਹੀਨਿਆਂ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕੀਤੀ ਗਈ। ਤਾਂ ਇਸ ਤਰ੍ਹਾਂ ਦੀ ਕਈ ਤਰ੍ਹਾਂ ਦੇ ਦਾਅਵੇ ਜਿਹੜੇ ਨੇ ਹੁਣ ਤੱਕ ਸਾਹਮਣੇ ਆਏ ਨੇ, ਪਰ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਨਹੀਂ ਹੋ ਸਕਿਆ। ਅਤੇ ਹੁਣ ਪੰਜਾਬ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਭਗਵੰਤ ਮਾਨ, ਉਹਨਾਂ ਨੇ ਸੰਕਲਪ ਲਿਆ ਵੀ ਕਿ ਅਗਲੇ ਆਜ਼ਾਦੀ ਦਿਹਾੜੇ ਤੱਕ ਮਤਲਬ 1 ਸਾਲ ਦੇ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਪੰਜਾਬ ਬਣਾ ਦੇਣਗੇ। ਤਾਂ ਹੁਣ ਦੇਖਣਾ ਇਹੀ ਹੋਵੇਗਾ
ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦਾ ਇਹ ਐਲਾਨ ਵਾਕਈ ਉਹ ਜਿਹੜਾ ਇਹ ਸੰਕਲਪ ਲਿਆ ਇਸ ਨੂੰ ਪੂਰਾ ਕਰ ਸਕਦੇ ਨੇ ਕਿ ਇਹ ਸੰਕਲਪ ਵੀ ਮੁੱਖ ਮੰਤਰੀ ਦਾ ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਉਹਨਾਂ ਦੇ ਚਾਹੇ ਕਹਿ ਦਈਏ ਵੀ ਜਿਹੜੀ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਉਹਨਾਂ ਵਰਗਾ ਕਹਿ ਲਓ ਜਾਂ ਜਿਹੜੇ ਉਹਨਾਂ ਨੇ ਰਾਜਨੀਤਿਕ ਬਿਆਨ ਦਿੱਤੇ ਸੀ ਉਹਨਾਂ ਵਰਗਾ ਹੋਵੇਗਾ, ਇਹ ਤਾਂ ਹੁਣ ਅਗਲੇ ਆਜ਼ਾਦੀ ਦਿਹਾੜੇ 'ਤੇ ਹੀ ਪਤਾ ਲੱਗੇਗਾ। ਪਰ ਜੋ ਹੁਣ ਮੌਜੂਦਾ ਸਮੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਨੂੰ ਲੈ ਕੇ ਜਿਹੜੇ ਲੋਕਾਂ ਨਾਲ ਵਾਅਦਾ ਕੀਤਾ, ਜਿਹੜਾ ਸੰਕਲਪ ਲਿਆ ਅਤੇ ਕਿਹਾ ਵੀ ਕਿ ਅਸੀਂ ਇੱਕ ਰਣਨੀਤੀ ਬਣਾ ਲਈ ਹੈ, ਤਾਂ ਲੋਕਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਇੱਕ ਆਸ ਦੀ ਕਿਰਨ ਜ਼ਰੂਰ ਜਾਗੀ ਹੈ। ਕਿਉਂਕਿ ਜਿੱਥੇ ਪਿਛਲੇ ਕੁਝ ਸਮੇਂ ਤੋਂ ਸਰਕਾਰ ਦਾਅਵਾ ਕਰ ਰਹੀ ਹੈ ਵੀ ਕਿ ਅਸੀਂ ਨਸ਼ਿਆਂ ਦੇ ਨੱਥ ਪਾਉਣ ਲਈ ਕਾਰਵਾਈ ਕਰ ਰਹੇ ਹਾਂ, ਵੱਡੀ ਗਿਣਤੀ 'ਚ ਨਸ਼ਾ ਜਿਹੜੇ ਤਸਕਰ ਨੇ ਉਹਨਾਂ ਨੂੰ ਕਾਬੂ ਕਰ ਰਹੇ ਹਾਂ, ਤਾਂ ਦੂਜੇ ਪਾਸੇ ਪੰਜਾਬ ਦੇ ਪਿੰਡਾਂ ਦੇ ਲੋਕ ਖੁਦ ਜਿਹੜੇ ਨੇ ਉਹ ਨਸ਼ਿਆਂ ਦੇ ਵਿਰੁੱਧ ਜਿਹੜੇ ਨੇ ਉਹ ਨਿੱਤਰ ਰਹੇ ਨੇ। ਉਹ ਚਾਹੇ ਕਹਿ ਲਓ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਜਿਹੜਾ ਹੈਗਾ ਕਿਤੇ ਉਹ ਮਾਰਚ ਵੀ ਕਰ ਰਹੇ ਨੇ, ਆਪਣੇ ਪਿੰਡਾਂ ਦੀ ਚੌਕਸੀ ਵੀ ਵਧਾ ਰਹੇ ਨੇ ਤਾਂ ਜੋ ਕੋਈ ਵੀ ਨਸ਼ਿਆਂ ਦਾ ਕਾਰੋਬਾਰ ਉੱਥੇ ਨਾ ਕਰ ਸਕੇ, ਨਸ਼ੇ ਸਪਲਾਈ ਨਾ ਕਰ ਸਕੇ। ਤਾਂ ਇਸ ਨੂੰ ਲੈ ਕੇ ਪਿੰਡਾਂ ਦੇ ਲੋਕ ਵੀ ਖੁਦ ਜਿਹੜੇ ਨੇ ਆਪ ਮੈਦਾਨ ਦੇ ਵਿੱਚ ਨਿੱਤਰ ਚੁੱਕੇ ਨੇ। ਤਾਂ ਹੁਣ ਦੇਖਣਾ ਇਹੀ ਹੋਵੇਗਾ, ਇੱਕ ਪਾਸੇ ਪਿੰਡਾਂ ਦੇ ਲੋਕ ਨਸ਼ਿਆਂ ਦੇ ਵਿਰੁੱਧ ਆ ਚੁੱਕੇ ਨੇ, ਇੱਕ ਪਾਸੇ ਸਰਕਾਰ ਵੀ ਇਹ ਦਾਅਵਾ ਕਰ ਰਹੀ ਹੈ। ਜੇਕਰ ਸਰਕਾਰ ਦੇ ਦਾਅਵੇ ਔਰ ਸਰਕਾਰ ਦੀ ਜਿਹੜੀ ਪਲੈਨਿੰਗ ਹੈ ਅਤੇ ਉੱਧਰੋਂ ਲੋਕਾਂ ਦਾ ਸਹਿਯੋਗ ਆਪਸ ਦੇ ਵਿੱਚ ਮਿਲਦਾ ਤਾਂ ਹੋ ਸਕਦਾ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਹੋ ਸਕੇ, ਪੰਜਾਬ ਜਿਹੜਾ ਹੈਗਾ ਨਸ਼ਾ ਮੁਕਤ ਪੰਜਾਬ ਬਣ ਸਕੇ। ਪਰ ਦੇਖਣਾ ਹੋਵੇਗਾ ਵੀ ਕੱਲ੍ਹ ਆਜ਼ਾਦੀ ਦਿਹਾੜੇ 'ਤੇ ਸਹੁੰ ਜ਼ਰੂਰ ਸੰਕਲਪ ਮੁੱਖ ਮੰਤਰੀ ਨੇ ਲਿਆ, ਤਾਂ ਹੁਣ ਅਗਲੇ ਆਜ਼ਾਦੀ ਦਿਹਾੜੇ ਤੱਕ ਪੰਜਾਬ ਦਾ ਕੀ ਹਾਲਾਤ ਹੁੰਦੇ ਨੇ, ਕਿਸ ਪਾਸੇ ਪੰਜਾਬ ਜਾਂਦਾ ਉਹ ਤਾਂ ਅਗਲੇ ਸਾਲ ਹੀ ਪਤਾ ਲੱਗੇਗਾ। ਪਰ ਇੱਕ ਚੀਜ਼ ਜ਼ਰੂਰ ਹੈ ਵੀ ਕਿ ਸਰਕਾਰ ਨੇ ਚਾਹੀਦਾ ਹੈ ਵੀ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਠੋਸ ਕਦਮ ਚੁੱਕੇ ਅਤੇ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰੇ, ਤਾਂ ਜੋ ਸਾਡੀ ਨੌਜਵਾਨੀ ਜਿਹੜੀ ਨਸ਼ਿਆਂ ਦੀ ਚਪੇਟ ਦੇ ਵਿੱਚ ਜਿਹੜਾ ਆਂਦੀ ਜਾ ਰਹੀ ਹੈ, ਨਸ਼ਿਆਂ ਦੇ ਦਲਦਲ 'ਚ ਫਸਦੀ ਜਾ ਰਹੀ ਹੈ, ਅਸੀਂ ਉਸ ਜਵਾਨੀ ਨੂੰ ਬਾਹਰ ਕੱਢ ਸਕੀਏ ਅਤੇ ਜਵਾਨੀ ਜਿਹੜੀ ਹੈਗੀ ਹੈ ਉਹ ਨਸ਼ਿਆਂ ਦੀ ਥਾਂ ਖੇਡਾਂ ਦੇ ਖੇਤਰ 'ਚ, ਕਿਸਾਨੀ ਵੱਲ ਜਾਂ ਹੋਰ ਵੱਖ-ਵੱਖ ਤਰ੍ਹਾਂ ਦੇ ਰੁਜ਼ਗਾਰਾਂ ਵਾਲੇ ਪਾਸੇ ਧਿਆਨ ਦੇਵੇ, ਤਾਂ ਜੋ ਪੰਜਾਬ ਜਿਹੜਾ ਹੈਗਾ ਦੁਨੀਆ ਭਰ ਦੇ ਵਿੱਚ ਇੱਕ ਵਾਰ ਫਿਰ ਆਪਣਾ ਨਾਮ ਖੱਟੇ ਅਤੇ ਪੰਜਾਬ ਦੀ ਇੱਕ ਵੱਖਰੀ ਪਛਾਣ ਹੋਵੇ। ਦੇਖਣਾ ਹੋਵੇਗਾ ਪੰਜਾਬ ਕਿੰਨਾ ਕਾਮਯਾਬ ਹੁੰਦਾ ਇਸ 'ਚ। ਪਰ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਹੋ ਜਿਹੇ ਜਨਤਕ ਮੁੱਦਿਆਂ ਨੂੰ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ, ਤੁਹਾਡੇ ਅੱਗੇ ਰੱਖਦਾ ਰਹੇਗਾ। ਕੱਲ੍ਹ ਨੂੰ ਇਸੇ ਸਮੇਂ ਫਿਰ ਇੱਕ ਨਵੇਂ ਮੁੱਦੇ 'ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।